ਸਤਿਕਾਰਯੋਗ ਸਾਡੇ ਸ਼ਹੀਦ ਸੈਨਿਕ ਜਿਨ੍ਹਾਂ ਦੀ ਬਦੌਲਤ ਅਸੀਂ ਰਾਤਾਂ ਨੂੰ ਬੜਾ ਤਰੀਕੇ ਦੇ ਨਾਲ ਬੇਖੌਫ ਹੋ ਕੇ ਆਪੋ ਆਪਣੇ ਬੈੱਡ ਦੇ ਉੱਤੇ ਸੌਂਦੇ ਐਂਡ ਉਹ ਸਰਹੱਦਾਂ ਦੀ ਰਾਖੀ ਕਰਦੇ ਸੈਨਿਕ ਵੀਰ ਸ਼ਹੀਦ ਹੋ ਜਾਣ ਤੇ ਬੜਾ ਵੱਡਾ ਦੁੱਖ ਅਫਸੋਸ ਚਾਹੇ ਮੈਂ ਕਹੂੰਗਾ ਕਿ ਗਰਵ ਹੈਗਾ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਸਤੇ ਪੰਜਾਬੀ ਸ਼ੁਰੂ ਤੋਂ ਮੁੱਢ ਟੀਮ ਤੋਂ ਜਾਣੇ ਜਾਂਦੇ ਆ। ਸੋ ਅਸੀਂ ਅੱਜ ਜਿਹੜੇ ਪੰਜਾਬ ਦੇ ਅੰਦਰ 4 ਸ਼ਹੀਦ ਹੋਏ ਆ, ਸਭ ਤੋਂ ਪਹਿਲਾਂ ਮੈਂ ਪਟਿਆਲੇ ਜਾ ਕੇ ਆਇਆ, ਹੁਣ ਤੋਲੇਵਾਲ, ਸੰਗਰੂਰ, ਫਿਰ ਮਾਨਸਾ, ਕੱਲ੍ਹ ਦਾ ਪ੍ਰੋਗਰਾਮ ਹੈਗਾ ਗੁਰਦਾਸਪੁਰ। ਦੁੱਖ ਤੇ ਅਫਸੋਸ ਬਹੁਤ ਵੱਡਾ, ਪਰ ਦਲੇਰੀ ਨੂੰ ਸਲੂਟ ਤੇ ਸਲਾਮ ਹੈਗਾ। ਜਿੱਡੀ ਵੱਡੀ ਦਲੇਰੀ ਦਿਖਾਈ ਆ, ਮੈਂ ਪਰਿਵਾਰ ਨੂੰ ਮਿਲ ਕੇ ਆਇਆ, ਸੋ ਉਸ ਦਲੇਰੀ ਨੂੰ ਸਲੂਟ ਕਰਦਾ ਔਰ ਸਟੇਟ ਗਵਰਨਮੈਂਟ ਨੂੰ ਪ੍ਰਾਰਥਨਾ ਕਰਦਾ, ਮੈਂ ਬੇਨਤੀ ਕਰਦਾ ਵੀ 50 ਲੱਖ ਤੋਂ ਵਧਾ ਕੇ 1 ਕਰੋੜ ਰੁਪਈਆ ਉਹਨਾਂ ਪਰਿਵਾਰਾਂ ਵਾਸਤੇ, ਉਹਨਾਂ ਪਰਿਵਾਰਾਂ ਦੇ ਵਿੱਚ ਇੱਕ ਸਰਕਾਰੀ ਨੌਕਰੀ। ਸੋ ਮੇਰੀ ਗੁਜ਼ਾਰਿਸ਼ ਹੈਗੀ ਆ ਸਰਕਾਰ ਨੂੰ ਐਂਡ ਮੋਦੀ ਸਾਹਿਬ ਨੂੰ ਅਪੀਲ ਹੈਗੀ ਆ ਕਿ ਤੁਸੀਂ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਤੋਂ ਮਾफ़ੀ ਮੰਗੋ, ਕਿਉਂਕਿ ਤੁਸੀਂ ਸਟੇਟਮੈਂਟ ਦੇ ਰਹੇ ਹੋ ਕਿ ਇਹ ਜਿਹੜਾ ਘੁਸਪੈਠ ਨਹੀਂ ਕੀਤੀ ਚਾਈਨਾ ਨੇ। ਇਦੋਂ ਵੱਡਾ ਅਪਮਾਨ ਸ਼ਹੀਦਾਂ ਦਾ ਕੁਝ ਹੋ ਸਕਦਾ ਕਿ ਦੇਸ਼ ਦਾ ਪ੍ਰਧਾਨ ਮੰਤਰੀ, ਇਹ ਤਾਂ ਇਹ ਕਹਾਂ ਸਖਤੇ ਦਾ 27ਵੀਂ 100, ਜੇ ਪਾਕਿਸਤਾਨ ਦੇ ਨਾਲ ਗੱਲ ਹੈਗੀ ਹੈ ਤੇ ਸਰਜੀਕਲ ਸਟ੍ਰਾਈਕ ਵੀ ਹੋ ਸਕਦੀ ਹੈ, ਪਾਕਿਸਤਾਨ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਵੀ ਹੋ ਸਕਦੀਆਂ ਨੇ। ਅਫਸੋਸ ਕਿ ਇਹਨਾਂ ਸ਼ਹੀਦ ਪਰਿਵਾਰਾਂ ਤੋਂ ਮਾफ़ੀ ਮੰਗਣੀ ਚਾਹੀਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਉਹ ਝੂਠ ਬੋਲ ਰਹੇ ਆ। ਔਰ ਦੂਸਰਾ ਨੰਬਰ, ਸਾਡੇ ਸੈਨਿਕ ਸ਼ਹੀਦ ਹੋ ਰਹੇ ਆ ਚਾਈਨਾ ਤੋਂ, ਚਾਈਨਾ ਦੇ ਜਿਹੜੇ ਸੈਨਿਕ ਆ ਉਹ ਬੜਾ ਹੜਦੁੰਗ ਮਚਾ ਰਹੇ ਆ, ਤੇ ਮੋਦੀ ਸਾਹਿਬ ਤੁਰੰਤ ਉਹਨਾਂ ਦੇ ਨਾਲ ਜਿਹੜੀ ਸ਼ਾਂਤੀ ਵਾਰਤਾ ਦੀਆਂ ਮੀਟਿੰਗਾਂ ਵੀ ਸਟਾਰਟ ਹੋ ਗਈਆਂ, ਟੀ ਪਾਰਟੀ ਮੀਟਿੰਗਾਂ ਕਹਾਂਗਾ ਮੈਂ। ਸੋ ਇਹ ਜਿਹੜੇ ਸ਼ਹੀਦ ਹੈਗੇ ਆ ਉਹਨਾਂ ਪਰਿਵਾਰਾਂ ਦੇ ਦੁੱਖ ਨੂੰ ਜਿਸ ਤਰ੍ਹਾਂ ਲੱਗ ਗਿਆ ਸੋਈ ਜਾਣੇ, ਉਹਨਾਂ ਨੂੰ ਪੁੱਛ ਕੇ ਦੇਖੋ ਕਿ ਕੀ ਭਾਵ ਬੀਤਦੀ ਆ। ਸੋ 56 ਇੰਚ ਦਾ ਸੀਨਾ ਸਤਿਕਾਰਯੋਗ ਪ੍ਰਧਾਨ ਮੰਤਰੀ ਸਾਹਿਬ ਦਿਖਾ ਦਿਓ ਇੱਕ ਵਾਰੀ ਚਾਈਨਾ ਨੂੰ, ਜਿਹੜਾ ਰੋਜ਼ ਸਾਡੇ ਪਰਿਵਾਰਾਂ ਦੇ ਵਿੱਚ, ਸਾਡੇ ਦੇਸ਼ ਦੇ ਅੰਦਰ ਸੈਨਿਕ ਜਿਹੜੇ ਸ਼ਹੀਦ ਹੁੰਦੇ ਉਹਨਾਂ ਪਰਿਵਾਰਾਂ ਦੇ ਅੰਦਰ ਬਹਿਣ ਪੈਂਦੇ ਆ, ਕਿਤੇ ਉਹਨਾਂ ਦੇ ਕਾਲਜੇ ਵੀ ਠੰਡ ਪੈ ਜਾਏ, ਉਹਨਾਂ ਮਾਵਾਂ ਦੇ, ਉਹਨਾਂ ਧੀਆਂ ਪੁੱਤਰਾਂ ਦੇ, ਉਹਨਾਂ ਭੈਣ ਭਰਾਵਾਂ ਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ 70 ਵਿੱਚ ਜਾਂਦੇ ਆ। ਸੋ ਮੈਂ ਦੋਨੋਂ ਹੱਥ ਜੋੜ ਕੇ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਾ, ਸਲੂਟ ਕਰਦਾ ਮੈਂ ਉਹਨਾਂ ਦੀ ਸ਼ਹਾਦਤ ਨੂੰ। ਕੀ ਪ੍ਰਧਾਨ ਮੰਤਰੀ ਚਾਈਨਾ ਤੋਂ ਡਰ ਰਹੇ ਨੇ ਜਿਹੜਾ ਤੁਸੀਂ ਕਹਿ ਰਹੇ ਕਿ ਉਹ ਕਹਿ ਰਹੇ ਨੇ ਘੁਸਪੈਠ ਨਹੀਂ ਕੀਤੀ, ਕਿਉਂਕਿ ਚਾਈਨਾ ਸਿੱਧੇ ਤੌਰ ਤੇ ਕਿਹਾ ਸੀ ਕਿ ਭਾਰਤ ਸਾਨੂੰ ਕਮਜ਼ੋਰ ਨਾ ਸਮਝੇ, ਅਸੀਂ ਜਵਾਬ ਦੇਣਾ ਜਾਣਦੇ ਹਾਂ। ਤੇ ਇਹੀ ਤਾਂ ਮੈਂ ਕਹਿ ਰਿਹਾ, ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਕਹਿਣਾ ਚਾਹੀਦਾ, ਜਾਂ ਤਾਂ ਪੰਗਾ ਨਾ ਲਓ, ਤੇ ਜੇ ਲਿਆ ਤੇ ਫਿਰ ਦੱਸ ਦਿਓ ਵੀ ਅਸੀਂ ਵੀ 135 ਕਰੋੜ ਦੇਸ਼ ਵਾਸੀਆਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਆ। ਫਿਰ ਤਾਂ ਇਹ ਗੱਲ ਕਿਤੇ ਮੁਨਾਸਬ ਹੀ ਨਹੀਂ ਨਾ ਹੈਗੀ, ਫਿਰ ਉਹ 56 ਇੰਚ ਸੀਨੇ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਜੁਮਲੇ ਹੋ ਗਏ ਫਿਰ ਤਾਂ ਉਹ। ਸੋ ਅੱਜ ਦੇਸ਼ ਦੇ ਉੱਤੇ ਬਹੁਤ ਵੱਡੀ ਵਿਪਤਾ, ਮੈਂ ਕਹੂੰਗਾ ਕਿ ਪਹਿਲਾਂ ਤਾਂ ਕਰੋਨਾ ਬਿਮਾਰੀ ਦੀ, ਦੂਸਰਾ ਜਿਹੜਾ ਆਲਮ ਚਾਈਨਾ ਨੇ ਸਟਾਰਟ ਕੀਤਾ, ਇਹ ਮੂੰਹ ਤੋੜ ਜਵਾਬ ਦੇਸ਼ ਦੀ ਸਰਕਾਰ ਨੂੰ ਤੁਰੰਤ ਦੇ ਦੇਣਾ ਚਾਹੀਦਾ। ਜਿਸ ਤਰ੍ਹਾਂ ਕਿ ਹੁਣ ਇੱਕ ਬੀਜੇਪੀ ਵਾਲੇ ਵੀ ਗੱਲ ਕਹਿ ਰਹੇ ਨੇ ਕਿ ਜਿਹੜਾ ਚਾਈਨਾ ਦਾ ਬਾਈਕਾਟ ਕੀਤਾ ਜਾਵੇ, ਸਮਾਨ ਦਾ ਬਾਈਕਾਟ ਕੀਤਾ ਜਾਵੇ, ਤੁਹਾਨੂੰ ਸਮਝਦੇ ਕਿ ਅੱਜ ਉਹੀ ਸਮਾਨ ਇੱਧਰ ਆ ਜਾਣਾ ਚਾਹੀਦਾ। ਅੱਜ ਇਹਨਾਂ ਨੂੰ ਯਾਦ ਆ ਗਿਆ 7ਵਾਂ ਸਾਲ 2014 ਤੋਂ ਗਿਣਨਾ ਸ਼ੁਰੂ ਕਰ ਦਈਏ, 6 ਸਾਲ ਪੂਰੇ ਹੋ ਗਏ, 7ਵਾਂ ਸਾਲ ਬੀਜੇਪੀ ਦੀ ਸਰਕਾਰ ਕੇਂਦਰ ਦੇ ਵਿੱਚ। ਜਦੋਂ ਤੋਂ ਬੀਜੇਪੀ ਦੀ ਗਵਰਨਮੈਂਟ ਕੇਂਦਰ ਦੇ ਵਿੱਚ ਆਈ ਆ, ਤੁਸੀਂ ਡਿਟੇਲ ਕੱਢ ਕੇ ਦੇਖ ਲਓ। ਮੈਂ ਇਹ ਨਹੀਂ ਕਹਿੰਦਾ ਕਿ ਕਾਂਗਰਸ ਦੀ ਸਰਕਾਰ ਦੀ ਮੈਂ ਕੋਈ ਤਾਰੀਫ ਕਰਨ ਲੱਗਿਆ, ਡਾਕਟਰ ਮਨਮੋਹਨ ਸਿੰਘ ਗਵਰਨਮੈਂਟ ਦਾ ਮੈਂ ਕੋਈ ਪ੍ਰਸ਼ੰਸਕ ਬਣਨ ਲੱਗਿਆ, ਪਰ ਇਹਨਾਂ ਦੇ ਸਮੇਂ ਦੇ ਵਿੱਚ ਚਾਈਨਾ ਦਾ ਮਾਲ ਸਾਡੇ ਦੇਸ਼ ਦੀ ਇੰਡਸਟਰੀ ਨੂੰ ਤਬਾਹ ਕਰਨ ਵਾਸਤੇ, ਸਾਡੇ ਦੇਸ਼ ਦੇ ਵਪਾਰ ਨੂੰ ਤਬਾਹ ਕਰਨ ਵਾਸਤੇ ਇਹ ਕਦਮ ਤਾਂ ਇਹਨਾਂ ਨੂੰ ਪਹਿਲਾਂ ਚੱਕ ਲੈਣੇ ਚਾਹੀਦੇ ਸੀ। ਅੱਜ ਬੀਜੇਪੀ ਵਾਲੇ ਸਿਰਫ ਤੇ ਸਿਰਫ ਇਹ ਕਹਿ ਦਈਏ ਕਿ ਇਸ ਮੁੱਦੇ ਦੇ ਉੱਤੇ ਰਾਜਨੀਤੀ ਕਰਨ ਵਾਸਤੇ ਸਿਰਫ ਬਿਆਨ ਦਾਗ ਰਹੇ ਆ, ਇੱਥੇ ਵੀ ਖੜਨਾ ਨਹੀਂ ਇਹਨਾਂ ਨੇ। ਮੇਰੀ ਗੱਲ ਨੋਟ ਕਰਕੇ ਰੱਖ ਲਿਓ, ਬੀਜੇਪੀ ਐਂਡ ਬੀਜੇਪੀ ਦੀ ਸੈਂਟਰਲ ਗਵਰਨਮੈਂਟ ਨੇ ਇਸ ਸਟੇਟਮੈਂਟ ਦੇ ਉੱਤੇ ਵੀ ਨਹੀਂ ਖੜਨਾ। ਤੁਸੀਂ ਚੰਦ ਮਹੀਨੇ ਰੁਕ ਜਾਓ, ਚੰਦ ਮਹੀਨਿਆਂ ਬਾਅਦ ਚਾਈਨਾ ਦਾ ਮਾਲ ਉਸੇ ਤਰੀਕੇ ਦੇਸ਼ ਦੇ ਅੰਦਰ ਵਿਕੇਗਾ ਤੇ ਦੇਸ਼ ਦੇ ਇੰਡਸਟਰੀ ਤੇ ਕਾਰੋਬਾਰ ਵਪਾਰ ਨੂੰ ਹੋਰ ਤਬਾਹ ਕਰੇਗਾ। ਤੁਸੀਂ ਲੋਕ ਇਨਸਾਫ ਪਾਰਟੀ ਦਾ ਕੀ ਸਟੈਂਡ ਹੈ, ਕੀ ਸਮਝਦੇ ਹੋ ਕਿ ਬਾਈਕਾਟ ਹੋਣਾ ਚਾਹੀਦਾ ਜਾਂ 101% ਅਸੀਂ ਤਾਂ ਇਸ ਗੱਲ ਦੇ ਮੁਦਈ ਹੈਗੇ ਆ ਕਿ ਇਦਾਂ ਦੇ ਜਿਹੜਾ ਇਨਸਾਨੀਅਤ ਦਾ ਕਾਤਲ ਮੁਲਕ ਹੈਗਾ, ਹੁਣ ਤਾਂ ਕੋਈ ਗੱਲ ਗੁੱਝੀ ਛਿਪੀ ਰਹਿ ਹੀ ਨਹੀਂ ਗਈ, ਇਨਸਾਨੀਅਤ ਦਾ ਕਾਤਲ ਹੈ ਜਿਹਨੇ ਸਾਰੀ ਦੁਨੀਆ ਨੂੰ ਵਕਤ ਤੇ ਗਧੀ ਗੇੜ ਦੇ ਵਿੱਚ ਪਾਤਾ। ਐਂਡ ਸਾਡੇ ਉਹ ਰੋਜ਼ ਜਵਾਨਾਂ ਦੇ ਨਾਲ ਜਿਹੜੇ ਸੈਨਿਕ ਸਾਡੇ ਹੈਗੇ ਉਹਨਾਂ ਦੇ ਨਾਲ ਪੰਗੇਬਾਜ਼ੀਆਂ ਕਰ ਰਿਹਾ, ਤੁਰੰਤ ਬਾਈਕਾਟ ਕਰਨਾ ਚਾਹੀਦਾ।
ਇੱਕ ਸੂਈ ਮਾਤਰ ਵੀ ਚਾਈਨਾ ਦੀ ਦੇਸ਼ ਭਾਰਤ ਦੇ ਵਿੱਚ ਆਉਣ ਦੀ ਆਗਿਆ ਨਹੀਂ ਦੇਣੀ ਚਾਹੀਦੀ। ਮੈਂ ਸਾਹਿਬ 21 ਤਰੀਕ ਨੂੰ ਜਿਹੜਾ ਤੁਸੀਂ ਰੈਲੀ ਕਰਨ ਜਾ ਰਹੇ ਹੋ, ਸਾਈਕਲ ਰੈਲੀ, ਕੀ ਆ ਉਹ ਮਕਸਦ? ਅਸੀਂ 22 ਤਰੀਕ ਦਿਨ ਸੋਮਵਾਰ ਤੋਂ ਇੱਕ ਸਾਈਕਲ ਯਾਤਰਾ ਜਿਹੜੀ ਜਲਿਆਂਵਾਲਾ ਬਾਗ ਤੋਂ ਸਟਾਰਟ ਕਰਕੇ ਮੁੱਖ ਮੰਤਰੀ ਆਵਾਸ ਚੰਡੀਗੜ੍ਹ ਤੱਕ ਸਮਾਪਤ ਕਰਾਂਗੇ। ਤਕਰੀਬਨ 285 ਕਿਲੋਮੀਟਰ 5 ਦਿਨ ਰਾਤਾਂ ਅਸੀਂ ਸੜਕਾਂ ਦੇ ਉੱਤੇ ਟੈਂਟ ਲਾ ਕੇ ਕੱਟਣੀਆਂ ਤਾਂ ਕਿ ਉਹ ਕਾਲਾ ਕਾਨੂੰਨ ਜਿਹੜਾ ਪੰਜਾਬ ਦੀ ਕਿਸਾਨੀ ਜਿਹੜੀ ਆਰਥਿਕ ਤੌਰ ਤੇ ਪਹਿਲਾਂ ਬੜੀ ਕਮਜ਼ੋਰ ਹੈਗੀ ਉਹਨੂੰ ਖਤਮ ਕਰਨ ਵਾਸਤੇ, ਕੱਲੀ ਕਿਸਾਨੀ ਨਹੀਂ ਪੰਜਾਬ ਦਾ ਆਰਥਿਕ ਤੌਰ ਤੇ ਲੱਕ ਤੋੜਨ ਵਾਸਤੇ ਜਿਹੜੇ ਆਰਡੀਨੈਂਸ ਖੇਤੀ ਸੁਧਾਰਾਂ ਦੇ ਨਾਮ ਦੇ ਉੱਤੇ ਮੋਦੀ ਗਵਰਨਮੈਂਟ ਨੇ ਇਸ ਤਰੀਕੇ ਨਾਲ ਜਾਰੀ ਕੀਤਾ ਜਿਵੇਂ ਦੇਸ਼ ਦੇ ਅੰਦਰ ਐਮਰਜੈਂਸੀ ਲੱਗੀ ਹੁੰਦੀ ਹੈ। ਲੋਕ ਸਭਾ ਦੀ ਅਹਿਮੀਅਤ, ਰਾਜ ਸਭਾ ਦੀ ਅਹਿਮੀਅਤ ਖਤਮ ਕਰਤੀ। ਟਾਰਗੇਟ ਕੌਣ ਆ? ਪੰਜਾਬ। ਸੈਂਟਰ ਦੇ ਵਿੱਚ ਸਰਕਾਰ ਚਾਹੇ ਕਾਂਗਰਸ ਦੀ ਆ, ਚਾਹੇ ਬੀਜੇਪੀ ਦੀ ਆ, ਯੂਪੀਏ ਦੀ, ਐਨਡੀਏ ਦੀ ਆ, ਹਰੇਕ ਪਾਰਟੀ ਕੇਂਦਰ ਦੇ ਵਿੱਚ ਜਦੋਂ ਸੱਤਾ 'ਚ ਆਉਂਦੀ ਹੈ ਤੇ ਟਾਰਗੇਟ ਪੰਜਾਬ ਹੁੰਦਾ। 4000 ਕਰੋੜ ਰੁਪਏ ਦਾ ਸਾਲਾਨਾ ਸਾਡਾ ਲਾਸ ਹੈਗਾ ਐਂਡ ਇਹ ਸਟੇਟ ਸਬਜੈਕਟ ਆ। ਅਕਾਲੀ ਨਹੀਂ ਲੜਦੇ ਰਾਜਾਂ ਦੇ ਵੱਧ ਅਧਿਕਾਰਾਂ ਦੀ ਲੜਾਈ, ਲੋਕ ਇਨਸਾਫ ਪਾਰਟੀ ਲੜਦੀ ਹੈ। 7ਵੇਂ ਸ਼ਡਿਊਲ ਦੀ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਸੰਵਿਧਾਨ ਬਣਾ ਕੇ ਗਏ, ਰਾਜਾਂ ਦੀਆਂ ਸ਼ਕਤੀਆਂ ਤੇ ਕੇਂਦਰ ਦੀਆਂ ਸ਼ਕਤੀਆਂ, ਤਾਂ ਜੋ ਇਹ ਵੱਡਾ ਦੇਸ਼ ਚਲਾਉਣਾ ਕਿਵੇਂ ਹੈਗਾ। ਅਸੀਂ ਤਾਂ ਪਹਿਲੀ ਲੜਾਈ ਲੜ ਰਹੇ ਹਾਂ। 7ਵੇਂ ਸ਼ਡਿਊਲ ਦੀ 17ਵੀਂ ਐਂਟਰੀ ਪਾਣੀਆਂ ਦੇ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ, ਬਿਜਲੀ ਬਣਾਉਣ ਦਾ ਅਧਿਕਾਰ, ਡੈਮ ਬਣਾਉਣ ਦਾ ਅਧਿਕਾਰ, ਜਲ ਭੰਡਾਰਨ ਦਾ ਅਧਿਕਾਰ, ਨਹਿਰਾਂ, ਸੂਏ, ਕੱਸੀਆਂ ਦਾ ਅਧਿਕਾਰ ਸਾਡਾ ਸੀ। ਉਹ ਸਾਡਾ ਖੋਹ ਕੇ ਪਾਣੀ ਜਿਹੜਾ ਧੜਾ ਧੜ ਫਰੀ ਦੇ ਵਿੱਚ ਦੂਜੇ ਸੂਬੇ ਲਈ ਜਾ ਰਹੇ ਆ। ਅਸੀਂ ਉਹਦੀ ਲੜਾਈ ਲੜਦੇ ਸੀ, ਪਰ ਇਹ 7ਵੇਂ ਸ਼ਡਿਊਲ ਦੀ 14ਵੀਂ ਐਂਟਰੀ ਜਿਹਦੇ ਵਿੱਚ ਖੇਤੀਬਾੜੀ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਸਿਰਫ ਤੇ ਸਿਰਫ ਰਾਜ ਨੂੰ ਹੈਗਾ, ਕੇਂਦਰ ਨਹੀਂ ਬਣਾ ਸਕਦਾ। ਸੋ ਅਸੀਂ ਇਹ ਡਿਮਾਂਡ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਕਿ ਤੁਰੰਤ ਪੰਜਾਬ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਸੱਦੋ, ਨੌਟੰਕੀ ਬੰਦ ਕਰੋ। ਕਾਂਗਰਸ ਵਾਲੇ ਕਹਿੰਦੇ ਅਸੀਂ ਜਨ ਅੰਦੋਲਨ ਕਰਾਂਗੇ। ਤੁਸੀਂ ਸਰਕਾਰ ਦੇ ਵਿੱਚ ਹੋ, ਤੁਹਾਨੂੰ ਅੰਦੋਲਨਾਂ ਦੀ ਲੋੜ ਨਹੀਂ, ਤੁਹਾਡੇ ਕੋਲੇ ਪਾਵਰ ਲੋਕਾਂ ਨੇ ਦਿੱਤੀ ਹੈ, ਤੁਹਾਡੇ ਕੋਲੇ ਗੋਲਡਨ ਐਬਸੋਲੂਟ ਮੈਜੋਰਿਟੀ ਵਿਧਾਨ ਸਭਾ ਦੇ ਅੰਦਰ। ਸੈਸ਼ਨ ਕਾਲ ਕਰਕੇ ਇਸ ਕਾਲੇ ਕਾਨੂੰਨ ਦਾ ਭੋਗ ਪਾਓ ਤੇ ਉਹ ਪ੍ਰਸਤਾਵ, ਉਹ ਵਿਧਾਨ ਸਭਾ ਦਾ ਮਤਾ ਪ੍ਰਧਾਨ ਮੰਤਰੀ ਨੂੰ ਦੇਣ ਵਾਸਤੇ ਚੱਲੀਏ। ਅਸੀਂ ਵੀ ਪਿੱਛੇ ਲੱਗ ਕੇ ਚਲਾਂਗੇ। ਨੌਟੰਕੀ ਨਾ ਕਰੋ। ਪੰਜਾਬ ਦਾ ਕਿਸਾਨ ਆਉਣ ਵਾਲੇ 10-12 ਸਾਲਾਂ 'ਚ ਅਡਾਨੀਆਂ ਤੇ ਅੰਬਾਨੀਆਂ ਕੋਲੋਂ 70 ਤੋਂ 75% ਜਿਹੜਾ ਮੀਡੀਅਮ ਤੇ ਛੋਟਾ ਕਿਸਾਨ ਆ ਉਹ ਜ਼ਮੀਨ ਮੁਕਤ ਕਰ ਦੇਣਗੇ ਲੋਕ। ਫਿਰੋਜ਼ਪੁਰ ਤੋਂ ਮੋਗਾ ਫਿਰੋਜ਼ਪੁਰ ਰੋਡ ਦੇ ਉੱਤੇ ਪਿੰਡ ਡਗਰੂ 2500 ਏਕੜ ਦੇ ਵਿੱਚ ਮਕੈਨੀਕਲ ਖਰੀਦ ਕੇਂਦਰ ਅਡਾਨੀ ਸਥਾਪਿਤ ਕਰ ਰਹੇ ਆ। ਇਹ ਪਲੈਨਿੰਗ ਹੋ ਰਹੀ ਹੈ ਕਿ ਪੰਜਾਬ ਦੀ ਉਪਜਾਊ ਭੂਮੀ ਨੂੰ, ਜਿਵੇਂ ਤੂਤਾਂ ਵਾਲਾ ਖੂਹ ਸੀ, ਇੱਕ ਸੇਠ ਬੰਦਾ ਸ਼ਾਹੂਕਾਰ ਕਿਵੇਂ ਇੱਕ ਕਿਸਾਨ ਦੀ ਜ਼ਮੀਨ ਨੂੰ ਹਥਿਆਉਣ ਵਾਸਤੇ ਹੱਥਕੰਡੇ ਤੇ ਰਸਤੇ ਅਪਣਾਉਂਦਾ। ਇਹ ਜਿਹੜਾ ਖੇਤੀ ਆਰਡੀਨੈਂਸ ਹੈ ਇਹ ਖੁਫੀਆ ਰਸਤਾ ਪੰਜਾਬ ਦੀ ਜ਼ਮੀਨ ਹੜੱਪਣ ਵਾਸਤੇ। ਅਕਾਲੀ ਦਲ ਜਿਹੜੀ ਹੈਗੀ ਹੈ ਜੀ, ਜੋ ਢੀਂਡਸਾ ਸਾਹਿਬ ਬਾਹਰ ਹੋ ਗਏ, ਕਿ ਫਰੰਟ ਬਣਾ ਰਹੇ ਨੇ, ਕਿਸ ਤਰ੍ਹਾਂ ਦੇਖਦੇ ਹੋ? ਪਹਿਲਾਂ ਤਾਂ ਮੈਂ ਪਹਿਲੇ ਅਕਾਲੀ ਦਲ ਦੀ ਗੱਲ ਕਰਦੇ ਹਾਂ, ਜਿਹੜਾ ਕੇਂਦਰ ਦੇ ਵਿੱਚ ਐਨਡੀਏ ਦੀ ਗਵਰਨਮੈਂਟ ਦੇ ਅੰਦਰ ਉਹਨਾਂ ਦੀ ਭਾਈਵਾਲ ਪਾਰਟੀ ਅਕਾਲੀ ਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਇਸ ਆਰਡੀਨੈਂਸ ਦੇ ਉੱਤੇ ਸਾਈਨ ਕਰਕੇ ਆਏ ਆ। ਅਫਸੋਸ, ਸ਼ਰਮ ਤੇ ਪੰਜਾਬ ਦੇ ਅੰਦਰ ਬੜੇ ਦਮਗਜੇ ਮਾਰਦੇ ਸੀ, ਚਿਹਰਾ ਬੇਨਕਾਬ ਹੋ ਗਿਆ। ਜਿਹੜਾ ਢੀਂਡਸਾ ਸਾਹਿਬ ਵਾਲਾ ਪ੍ਰੋਗਰਾਮ ਅਸੀਂ ਉਹਨੂੰ ਸਪੋਰਟ ਕਰਦੇ ਹਾਂ, ਪਰ ਉਹ ਪਹਿਲਾਂ ਆਪਣਾ ਸਟੈਂਡ ਜ਼ਰੂਰ ਸਪਸ਼ਟ ਕਰਨ, ਕਿਉਂਕਿ ਉਹਨਾਂ ਦੀ ਪਾਰਟੀ ਦੇ ਵੀਰ ਦਵਿੰਦਰ ਸਿੰਘ ਹੋਰਾਂ ਨੇ ਇੱਕ ਦਿਨ ਸਟੇਟਮੈਂਟ ਦਿੱਤਾ ਵੀ ਜੇ ਬੀਜੇਪੀ ਅਕਾਲੀ ਦਲ ਬਾਦਲ ਨੂੰ ਛੱਡਦੀ ਆ ਫਿਰ ਅਸੀਂ ਉਹਨਾਂ ਦੇ ਨਾਲ ਸੰਧੀ ਸਮਝੌਤੇ ਦੀ ਗੱਲ ਕਰ ਸਕਦੇ ਹਾਂ। ਪਹਿਲਾਂ ਉਹਨਾਂ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਪਏਗਾ, ਕਿਉਂਕਿ ਅਸੀਂ ਇਹ ਕਹਾਂਗੇ ਕਿ ਕੇਂਦਰ ਸਰਕਾਰ, ਮੋਦੀ ਦੀ ਗਵਰਨਮੈਂਟ ਪੰਜਾਬ ਵਾਸਤੇ ਪੰਜਾਬ ਮਾਰੂ ਫੈਸਲੇ ਲੈ ਰਹੀ ਆ, ਉਹ ਸਾਨੂੰ ਪ੍ਰਵਾਨ ਨਹੀਂ ਹੈਗੇ। ਸੋ ਜਿਹੜੀਆਂ ਪੰਜਾਬ ਹਤੈਸ਼ੀ ਲੋਕਾਂ ਦੇ ਇੱਕ ਮੰਚ ਤੇ ਆਉਣ ਵਾਲੀਆਂ ਗੱਲਾਂ ਨੇ, ਇੱਕ ਜਿਹੜੀਆਂ ਪੰਜਾਬ ਹਤੈਸ਼ੀ ਪਾਰਟੀਆਂ ਨੂੰ ਇੱਕ ਅਲਾਇੰਸ ਜਾਂ ਇੱਕ ਪਾਰਟੀ ਦੇ ਵਿੱਚ ਪਰੋਣ ਵਾਲਾ ਪ੍ਰੋਗਰਾਮ ਲੋਕ ਇਨਸਾਫ ਪਾਰਟੀ ਉਹਦਾ ਧੰਨਵਾਦ ਕਰਦੀ, ਪਰ ਵਿਸ਼ਾ ਪਹਿਲਾਂ ਕਲੀਅਰ ਜ਼ਰੂਰ ਕਰਨ ਤੋਂ ਬਾਅਦ ਫੈਸਲਾ ਲਵਾਂਗੇ। ਬੜੀ ਚਰਚਾ ਜੀ ਕਿ ਢੀਂਡਸਾ ਸਾਹਿਬ ਦੀ ਕਿ ਤੁਹਾਡੀ ਪਾਰਟੀ ਨਾਲ ਨਹੀਂ, ਮੈਂ ਉਹਨਾਂ ਦਾ ਜਾਤੀ ਤੌਰ ਤੇ ਸਤਿਕਾਰ ਕਰਦਾ, ਉਹਨਾਂ ਨੇ ਚੰਗਾ ਵੱਡਾ ਬੋਲਡ ਸਟੈਪ ਲਿਆ, ਪਰ ਇਸ ਕੰਮ ਦੇ ਵਿੱਚ ਸਮਾਂ ਵੀ ਲੱਗੇਗਾ ਤੇ ਪਾਰਦਰਸ਼ਤਾ ਤੇ ਸਪਸ਼ਟਤਾ ਦੀ ਵੀ ਬੜੀ ਵੱਡੀ ਜ਼ਰੂਰਤ ਹੈਗੀ ਹੈ। ਜੇ ਆਉਂਦੇ ਨੇ ਤਾਂ ਤੁਹਾਡੇ ਵੱਲੋਂ ਸਵਾਗਤ ਕੀਤਾ ਜਾਊਗਾ ਨਾ? ਮੈਂ 101% ਅਸੀਂ ਤਾਂ ਕਹਿੰਦੇ ਆ, ਮੈਂ ਤਾਂ ਸ਼ੁਰੂ ਤੋਂ ਮਦਈ ਰਿਹਾ, ਲੋਕ ਇਨਸਾਫ ਪਾਰਟੀ ਦਾ ਮਦਈ ਰਹੀ ਆ ਕਿ ਜਿੰਨੇ ਗਰੁੱਪ ਹੈਗੇ ਜਿਹੜੇ ਪੰਜਾਬ ਲਈ ਰਾਜਨੀਤੀ ਤੋਂ ਉੱਤੇ ਉੱਠ ਕੇ ਪੰਜਾਬ ਦੇ ਚੰਗੇ ਭਵਿੱਖ ਵਾਸਤੇ ਕੰਮ ਕਰਦੇ, ਉਹ ਸਾਰੇ ਕਿਤੇ ਇੱਕ ਝੰਡੇ ਥੱਲੇ ਆ ਜਾਣ, ਇੱਕ ਵਿਧਾਨ, ਇੱਕ ਪ੍ਰਧਾਨ, ਇੱਕ ਸੰਵਿਧਾਨ ਬਣ ਜਾਵੇ। ਬਾਦਲਾਂ ਦੇ ਕੋਲੇ ਹੈ ਕੀ ਆ? ਬਾਦਲ ਤਾਂ ਅੱਜ ਏਡੇ ਵੱਡੇ ਪੱਧਰ ਦੇ ਉੱਤੇ ਡੀਫੇਮ ਆ, ਲੋਕਾਂ ਨੂੰ ਕੋਈ ਰਾਹ ਰਸਤਾ ਨਹੀਂ ਲੱਭ ਰਿਹਾ। ਅਸੀਂ ਅਨਫੋਰਚੂਨੇਟਲੀ ਆਪੋ ਆਪਣੇ ਅਲੱਗ-ਅਲੱਗ ਰਸਤਿਆਂ ਤੇ ਤੁਰੇ ਫਿਰਦੇ ਹਾਂ। ਸੋ ਇਹ ਵੇੜਾ ਹੈਗਾ ਐਂਡ ਆਈ ਹੋਪ, ਮੈਨੂੰ ਉਮੀਦ ਆ
ਕਿ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਸਾਰਥਕ ਰਿਜ਼ਲਟ ਸਾਹਮਣੇ ਜ਼ਰੂਰ ਆਉਣਗੇ। ਆਪ ਪਾਰਟੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਆਮ ਆਦਮੀ ਪਾਰਟੀ ਜੇ ਦਿੱਲੀ ਦੇ ਵਿੱਚ ਸਰਕਾਰ ਬਣਾਉਂਦੀ ਆਪਣੇ ਕੰਮਾਂ ਦੇ ਬਲਬੂਤੇ ਦੇ ਉੱਤੇ, ਪਰ ਪੰਜਾਬ ਦੇ ਅੰਦਰ ਕੇਜਰੀਵਾਲ ਸਾਹਿਬ ਦੀ ਸਪਸ਼ਟਤਾ ਜਿਹੜੀ ਆ ਉਹ ਮਿੱਟੀ ਪੈ ਗਈ। ਚਾਹੇ ਉਹ ਪਾਣੀਆਂ ਦੀ ਕੀਮਤ, ਸਾਡੇ ਨਾਲ ਅਲਾਇੰਸ ਹੋਇਆ 2017 'ਚ, ਕੇਜਰੀਵਾਲ ਸਾਹਿਬ ਨੇ ਪ੍ਰੈਸ ਦੇ ਸਾਹਮਣੇ ਅਨਾਉਂਸ ਕੀਤਾ ਵੀ ਅਸੀਂ ਪੰਜਾਬ ਨੂੰ ਪਾਣੀ ਦੀ ਕੀਮਤ ਭੇਜਾਂਗੇ, ਬੜਾ ਥੋੜਾ ਜਿਹਾ ਪਾਣੀ ਜਾ ਰਿਹਾ 0.2 MAF। ਹੁਣ ਹਿਮਾਚਲ ਪ੍ਰਦੇਸ਼ ਨੂੰ ਕੇਜਰੀਵਾਲ ਸਾਹਿਬ ਨੇ ਪਾਣੀ ਦੀ ਕੀਮਤ ਦੇਣੀ ਸ਼ੁਰੂ ਕਰਤੀ, ਹਰਿਆਣਾ ਨੂੰ ਦੇਣੀ ਸ਼ੁਰੂ ਕਰਤੀ। ਭਾਈ ਪੰਜਾਬ ਦੇ ਲੋਕਾਂ ਨੇ ਕੀ ਮਾਹ ਮਾਰਿਆ ਕੇਜਰੀਵਾਲ ਸਾਹਿਬ ਤੁਹਾਡੇ? ਬੜਾ ਵੱਡਾ ਤਾਜ ਬਖਸ਼ਿਸ਼ ਕੀਤਾ, ਪੰਜਾਬੀਆਂ ਨੇ ਸਪੋਰਟ ਕੀਤਾ। ਪਹਿਲਾਂ ਉਹ ਸਪਸ਼ਟਤਾ ਲੈ ਕੇ ਆਉਣ ਕਿ ਪੰਜਾਬ ਪ੍ਰਤੀ ਉਹਨਾਂ ਦੀ ਅਪਰੋਚ ਕੈਸੀ ਹੈ। ਕਿਸੇ ਵੇਲੇ ਉਹ ਮਜੀਠੀਏ ਨੂੰ ਕਲਰੋਂ ਫੜ ਕੇ ਇੱਕ ਵਾਰੀ ਨਹੀਂ 100 ਵਾਰੀ ਬੋਲਾਂਗੇ ਮਜੀਠੀਆ ਚਿੱਟੇ ਦਾ ਸਭ ਤੋਂ ਵੱਡਾ ਸੌਦਾਗਰ ਹੈਗਾ, ਤੇ ਮੁੜ ਕੇ ਉਹਨੂੰ ਕਲੀਨ ਚਿੱਟ ਦੇ ਕੇ ਮਾਫੀ ਮੰਗ ਲੈਂਦੇ। ਬਾਦਲਾਂ ਦੀਆਂ ਬੱਸਾਂ ਇੰਡੋ ਕੈਨੇਡੀਅਨ ਦਿੱਲੀ ਏਅਰਪੋਰਟ ਤੱਕ ਜਾਂਦੀ ਹੈ, ਜਿਹੜੀ ਰੋਡਵੇਜ ਦੀ ਸਾਡੀ ਵੋਲਵੋ ਹੈਗੀ ਆ, ਰੋਡਵੇਜ ਸਰਕਾਰੀ ਵੋਲਵੋ, ਉਹ ਫੜ ਕੇ ਦਿੱਲੀ ਗਵਰਨਮੈਂਟ ਉੱਥੇ ਥਾਣਿਆਂ 'ਚ ਬੰਦ ਕਰ ਦਿੰਦੀ ਹੈ। ਸੋ ਉਹਨਾਂ ਨੂੰ ਪਹਿਲਾਂ ਪੰਜਾਬ ਪ੍ਰਤੀ ਸਪਸ਼ਟਤਾ ਲਿਆਉਣੀ ਪਏਗੀ। ਪੰਜਾਬੀ ਕਾਂਟ ਕੀ ਹਾਂਡੀ ਇੱਕ ਵਾਰ ਜੜਤੀ ਹੈ, ਬਾਰ-ਬਾਰ ਨਹੀਂ। ਪਿਛੋਕੜ ਦੇ ਵਿੱਚ ਕੀਤੀਆਂ ਗੱਲਾਂ ਪਹਿਲਾਂ ਸਪਸ਼ਟ ਕਰਨ ਪੰਜਾਬ ਦੇ ਵਿੱਚ ਆ ਕੇ।